ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਸੁਖਮਨੀ ਸਾਹਿਬ ਬਾਣੀ ਦੇ 24ਵੇਂ ਸਲੋਕ ਅਤੇ 24ਵੀਂ ਦੀ ਅਸ਼ਟਪਦੀ ਦੀ ਵਾਰੀ ਹੈ ਜੀ, ਜੋ ਕਿ ਸੁਖਮਨੀ ਸਾਹਿਬ ਦੇ ਬਾਣੀ ਦੇ ਅਖੀਰਲਾ ਸਲੋਕ ਅਤੇ ਅਖੀਰਲੀ ਅਸ਼ਟਪਦੀ ਹੈ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਅਸ਼ਟਪਦੀ। ਪੂਰੇ ਗੁਣ ਕਰ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਆਸ ਅਨਿਤ ਤਿਆਗੇ ਤਰੰਗ, ਸੰਚਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਹਰ ਤਨ ਕੇ ਪਰ ਲੈ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਨਰਕ ਨਿਵਾਰ ਉਧਾਰੈ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਚਿਤ ਚਿਤਵੇ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਏ ਆਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਏ ਰਤਨ। ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕੇ ਸੰਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਦ ਵਾਜੇ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ। ਪ੍ਰਗਟੇ ਗੋਪਾਲ ਮਾਤ ਕੇ ਮਾਥੇ, ਨਾਨਕ ਉਤਰੇ ਤਿਨ ਕੇ ਸਾਥੇ। ਸਰਨ ਜੋਗ ਸੁਰ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਭ ਰੈਨ, ਅੰਮ੍ਰਿਤ ਨਾਮ ਸਾਧ ਸੰਗ ਲੈਨ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ। ਆਲ ਜੰਜਾਲ ਬਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਿਤੇ। ਕਰ ਪ੍ਰਸਾਦ ਦਇਆ ਪ੍ਰਭ ਤਾਰੀ, ਨਾਨਕ ਨਿਭੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਤ ਨਿਕਾਗਰ ਚੀਤ। ਸੁਖਮਨੀ ਸਹਿਜ ਗੋਵਿੰਦ ਗੁਣ ਨਾਮ, ਜਿਸ ਮਨ ਬਸੇ ਸੋ ਹੋਤ ਨਿਦਾਨ। ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬੌਰ ਨ ਹੋਵਨ ਆਵਨ ਜਾਨ। ਹਰ ਤਨ ਕਾਟ ਜਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ। ਖੇਮ ਸਾਂਤ ਰਿਧ ਨਿਵ ਨਿਧ, ਬੁੱਧ ਗਿਆਨ ਸਰਬ ਤੈ ਸਿਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਤੇ ਮਦ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹ ਨਿਦਾਨ ਜਪੇ ਮਨ ਕੋਏ, ਸਭ ਜਗ ਮੇਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਨ ਸਾਸਤਰ ਭੇਦ ਬਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਜਨ ਕੇ ਮਨ ਵਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੇ। ਜਾ ਕੇ ਮਸਤਬ ਕਰਮ ਪ੍ਰਭ ਪਾਏ, ਸਾਧ ਸਰ ਨਾਨਕ ਤੇ ਆਏ। ਜਿਸ ਮਨ ਬਸੇ ਸੁਣੇ ਲਾਇ ਪ੍ਰੀਤ, ਤਿਸ ਜਨ ਆਵੇ ਹਾ ਪ੍ਰਭ ਚੀਤ। ਜਨਮ ਮਰਨ ਤਾ ਕਾ ਦੁਖ ਦਿਵਾਰੇ, ਦੁਰਲਭ ਦੇ ਤਤਕਾਲ ਉਧਾਰੇ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮੇਂ ਸਮਾਨੀ। ਦੁਖ ਰੋਗ ਬਿਨਸੇ ਭੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਏ ਗੁਣ ਨਾਮ ਸੁਖਮਣੀ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਏ ਗੁਣ ਨਾਮ ਸੁਖਮਣੀ। ਸਲੋਕ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਸ ਸਲੋਕ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਪੂਰਾ ਹੈ ਜੀ, ਉਸ ਪੂਰੇ ਪਰਮੇਸ਼ਰ ਨੂੰ ਜਿਸ ਗੁਰਮੁਖ ਨੇ ਮਨ ਤਨ ਅੰਦਰ ਧਾਰ ਕੇ ਅਰਾਧਿਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਗੁਰਮੁਖਾਂ ਨੇ ਪੂਰੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਣ ਗਾਣ ਕਰਕੇ ਉਸ ਪੂਰੇ ਪਰਮੇਸ਼ਰ ਨੂੰ ਪਾ ਲਿਆ ਹੈ ਜੀ। ਫਿਰ ਅਸ਼ਟਪਦੀ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ, ਫਿਰ ਗੁਰੂ ਜੀ ਕਹਿੰਦੇ ਹਨ,
हे गुरमुख जग्यासु, परमेसर दी प्राप्ति लई तूं भी पूरे गुरु दा गुरशब्द गुरबाणी नाम सुनो जी ਅਤੇ ਉਸ ਪਾਰ ਬ੍ਰਹਮ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਨੇੜੇ ਸਮਝ ਕੇ ਉਸ ਨੂੰ ਸਵਾਸ ਸਵਾਸ ਉਸ ਦਾ ਸਿਮਰਨ ਕਰੋ ਜੀ, ਤਾਂ ਜੋ ਤੁਹਾਡੇ ਮਨ ਅੰਦਰ ਦੀ ਚਿੰਤਾ ਦੂਰ ਹੋ ਜਾਵੇਗੀ ਜੀ। ਚਿੰਤਾ ਆਸ਼ਾਵਾਂ ਖਤਮ ਹੋਣ ਜਾਣਗੀਆਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਨ, ਨਿਤ ਨਾ ਰਹਿਣ ਵਾਲੀਆਂ ਚੀਜ਼ਾਂ ਦੀਆਂ ਆਸਾਂ ਦੀਆਂ ਤਰੰਗਾਂ ਨੂੰ ਛੱਡ ਦੇ ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੰਚਨਾਂ ਦੇ ਚਰਨਾਂ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਧੂੜ ਮੰਗ ਜੀ। ਫਿਰ ਗੁਰੂ ਜੀ ਕਹਿੰਦੇ ਆ, ਆਪਣੇ ਪਨ ਦੀ ਭਾਵਨਾ ਨੂੰ ਛੱਡ ਕੇ, ਆਪਣੇ ਪਨ ਦੀ ਭਾਵਨਾ ਭਾਵ ਮਾਇਆਵੀ ਵਿਕਾਰਾਂ ਨੂੰ ਛੱਡ ਕੇ ਇਹ ਬੇਨਤੀ ਕਰੋ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਗੁਰਮੁਖ ਰੂਪ ਸਾਧ ਸੰਗ ਕਰਕੇ ਵਿਕਾਰਾਂ ਦੀ ਅਗਨੀ ਨਾਲ ਭਰੇ ਹੋਏ ਸਮੁੰਦਰ ਨੂੰ ਤੋੜੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਧਨ ਦੇ ਭੰਡਾਰ ਭਰ ਲਵੋ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਧਨ ਦੀ ਪ੍ਰਾਪਤੀ ਲਈ ਪੂਰੇ ਗੁਰੂ ਨੂੰ ਨਮਸਕਾਰ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਗੁਰਮੁਖ ਸਾਧਕ, ਤੂੰ ਗੁਰਸ਼ਬਦ ਗੁਰਬਾਣੀ ਨਾਮ ਸਾਧ ਸੰਗਤ ਵਿੱਚ ਬੈਠ ਕੇ ਉਸ ਪਰਮੇਸ਼ਰ ਦਾ ਗੁਣਗਾਨ ਭਜਨ ਕਰੋ ਜੀ। ਅਜਿਹਾ ਕਰਨ ਨਾਲ ਆਨੰਦ ਮੰਗਲ ਅਤੇ ਸੁਖ ਸਹਿਜ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਪਰਮੇਸ਼ਰ ਰੂਪ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਰਸ ਪੀਓ ਜੀ। ਇਸ ਤਰ੍ਹਾਂ ਨਰਕਾਂ ਨੂੰ ਦੂਰ ਕਰਕੇ ਆਪਣੇ ਜੀਵਨ ਨੂੰ ਉਧਾਰ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਆਪਣੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ ਇੱਕ ਨਾਰਾਇਣ ਦੀ ਨੂੰ ਚਿਤਵੋ ਜੀ, ਜੋ ਇੱਕ ਰੂਪ ਹੈ ਜੀ ਅਤੇ ਜਿਸ ਦੀ ਸ਼ਰਨ, ਜਿਸ ਦੇ ਅਨੇਕ ਰੰਗ ਹਨ ਜੀ, ਅਨੇਕ ਰੂਪ ਹਨ ਜੀ। ਉਹ ਪਰਮੇਸ਼ਰ ਗੋਪਾਲ ਦਮੋਦਰ ਹੈ ਜੀ ਅਤੇ ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜੀ, ਦੁੱਖਾਂ ਨੂੰ ਨਸ਼ਟ ਕਰਨ ਵਾਲਾ ਹੈ ਜੀ ਅਤੇ ਪੂਰੀ ਤਰ੍ਹਾਂ ਕਿਰਪਾਲੂ ਭਾਵ ਕਿਰਪਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਬਾਰ-ਬਾਰ ਸਿਮਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਦੀ ਬਾਣੀ ਨੂੰ ਮਨ ਕਰਕੇ, ਤਨ ਕਰਕੇ ਬਾਰ-ਬਾਰ ਸਿਮਰੋ ਜੀ। ਇਸ ਨਾਲ ਤੁਹਾਡੇ ਜੀਵਨ ਦਾ ਆਧਾਰ ਹੁੰਦਾ ਹੈ ਜੀ ਅਤੇ ਇਹੀ ਜੀਵਨ ਦਾ ਆਸਰਾ ਆਧਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੁਖਨੀ ਸਾਹਿਬ ਬਾਣੀ ਰੂਪ ਸਾਧ ਗੁਰੂ ਸ੍ਰੇਸ਼ਟ ਬਚਨ ਉੱਤਮ ਸਲੋਕ ਭਾਵ ਬਾਣੀ ਹਨ ਜੀ। ਇਹ ਸਲੋਕ ਉੱਤਮ ਬਚਨ ਰੂਪ ਮੋਲਕ ਲਾਲ ਅਤੇ ਰਤਨ ਰੂਪ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਅਮੋਲਕ ਧਨ ਹੈ ਜੀ। ਇਹਨਾਂ ਬਚਨਾਂ ਨੂੰ ਸੁਣਨ, ਧਾਰਨ ਅਤੇ ਕਮਾਉਣ ਨਾਲ ਮਨੁੱਖ ਦਾ ਉਧਾਰ ਹੋ ਜਾਂਦਾ ਹੈ ਜੀ ਅਤੇ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਜੀ ਅਤੇ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਵੀ ਤਰ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੁਖਨੀ ਸਾਹਿਬ ਜੀ ਦਾ ਪਾਠ ਕਰਦਿਆਂ ਕਰਦਿਆਂ ਉਸ ਮਨੁੱਖ ਦਾ ਜੀਵਨ ਸਫਲ ਹੋ ਜਾਂਦਾ ਹੈ ਜੀ ਅਤੇ ਉਸ ਦਾ ਸੰਗ ਵੀ ਸਫਲ ਹੈ ਜੀ। ਜਿਸ ਦੇ ਮਨ ਵਿੱਚ ਪਰਮੇਸ਼ਰ ਦਾ ਗੁਰਬਾਣੀ ਰੂਪ ਪ੍ਰੇਮ ਵਸ ਗਿਆ ਹੈ ਜੀ ਅਤੇ ਜਿਸ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ
ਸੁਖਮਨੀ ਸਾਹਿਬ ਦੇ ਪਾਠ ਵਸ ਗਿਆ ਹੈ ਜੀ, ਉਹ ਗੁਰਮੁਖ ਦੀ ਜੈ ਜੈਕਾਰ ਹੁੰਦੀ ਹੈ ਜੀ। ਉਹਦੇ ਅੰਦਰ ਅਨਹਦ ਗੁਰਸ਼ਬਦ ਨਾਮ ਦਾ ਨਾਦ ਰਸ ਹੁੰਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਉਸਦੇ ਅੰਦਰ ਵਸ ਜਾਂਦਾ ਹੈ ਜੀ, ਅਤੇ ਉਹ ਪਰਮੇਸ਼ਰ ਨਾਲ ਇੱਕ ਹੋ ਜਾਂਦਾ ਹੈ ਜੀ, ਜਿਸ ਦੇ ਨਾਲ ਉਸਨੂੰ ਨਾਦ ਸ਼ਬਦ ਦਾ ਨਾਦ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਜੋ ਗੁਰਮੁਖ ਸੁਖਮਨੀ ਸਾਹਿਬ ਦੇ ਪਾਠ ਨੂੰ ਸੁਣ ਕੇ ਆਨੰਦ ਮਾਣਦੇ ਹਨ ਜੀ, ਅਤੇ ਪਰਮੇਸ਼ਰ ਦੇ ਹਿਰਦੇ ਵਿੱਚ, ਅਤੇ ਪਰਮੇਸ਼ਰ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਮਹਾਨ ਪੁਰਸ਼ ਹਨ ਜੀ, ਅਤੇ ਉਸਦੇ ਇਹ ਭਾਗ ਮੱਥੇ ਉੱਤੇ ਪ੍ਰਗਟ ਹੁੰਦੇ ਹਨ ਜੀ। ਭਾਵ ਸੁਖਮਨੀ ਸਾਹਿਬ ਦੀ ਬਾਣੀ ਹਿਰਦੇ ਅੰਦਰ ਧਾਰਨ ਨਾਲ ਮਨੁੱਖ ਦੇ ਭਾਗ ਜਾਗ ਪੈਂਦੇ ਹਨ ਜੀ, ਭਾਗਾਂ ਵਾਲਾ ਬਣ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਇਸ ਭਾਵ ਸਾਗਰ ਸੰਸਾਰ ਤੋਂ ਤਰ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਇਹ ਸੁਣ ਕੇ ਅਸੀਂ ਤੁਹਾਡੀ ਗੁਰਸ਼ਬਦ ਗੁਰਬਾਣੀ ਨਾਮ ਸ਼ਰਨ ਵਿੱਚ ਆਏ ਹਾਂ ਜੀ, ਅਤੇ ਤੁਸੀਂ ਪਰਮੇਸ਼ਰ ਆਪਣੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਤੋਂ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਸੁਖਮਨੀ ਸਾਹਿਬ ਸਾਡੇ ਅੰਦਰ ਵਸੀ ਹੈ ਜੀ, ਸਾਡੇ ਅੰਦਰੋਂ ਸਾਰੇ ਵੈਰ ਖਤਮ ਹੋ ਗਏ ਹਨ ਜੀ, ਅਤੇ ਅਸੀਂ ਭਾਵ ਸਭਨਾਂ ਨੂੰ ਇੱਕ ਸਮਾਨ ਸਮਝਦੇ ਹਾਂ ਜੀ। ਭਾਵ ਉਹ ਊਚ ਨੀਚ ਨਹੀਂ ਕਰਦੇ, ਉਹਨਾਂ ਨੂੰ ਸਮਝ ਆ ਜਾਂਦੀ ਹੈ ਜੀ ਕਿ ਹਰ ਦੇ ਅੰਦਰ, ਹਰ ਜੀਅ ਦੇ ਅੰਦਰ ਉਹ ਪਰਮੇਸ਼ਰ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਸਾਧ ਸੰਗਤ ਵਿੱਚ ਬੈਠ ਕੇ ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਜਪਣ ਲੱਗ ਗਏ ਹਾਂ। ਇਸ ਕਾਲਨਾ ਨਾਲ ਗੁਰਦੇਵ ਬਹੁਤ ਪ੍ਰਸੰਨ ਹੋ ਗਏ ਹਨ ਜੀ। ਇਸ ਲਈ ਗੁਰਮੁਖ ਸੇਵਕਾਂ ਦੀ ਸੇਵਾ ਕੀਤੀ ਸਫਲ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਸੀਂ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਘਰੋਗੀ ਜਾਂ ਸੰਸਾਰਿਕ ਜੰਜਾਲਾਂ ਅਤੇ ਕਾਮ ਆਦਿ ਵਿਕਾਰਾਂ ਤੋਂ ਰਹਿਤ ਹੋ ਗਏ ਹਾਂ ਜੀ, ਅਤੇ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸੁਣ ਕੇ ਰਸਨਾ ਤੋਂ ਬੋਲਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਆਪਣੀ ਦਇਆ ਦ੍ਰਿਸ਼ਟੀ ਧਾਰੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਭਗਤੀ ਰੂਪ ਭਾਵ ਸੁਖਮਨੀ ਸਾਹਿਬ ਦੀ ਬਾਣੀ ਰੂਪ ਖੇਪ ਤੋੜ ਨਿਭ ਗਈ ਹੈ ਜੀ। ਭਾਵ ਸਾਡਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਵਣਜ ਵਪਾਰ ਸਿਰੇ ਚੜ੍ਹ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਗੁਰਮੁਖ ਰੂਪ ਸਾਧ ਸੰਗਤ ਸੰਤ ਜਨੋ, ਹੇ ਮਿੱਤਰੋ, ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਮਾਇਆਵੀ ਵਿਕਾਰ ਖਤਮ ਕਰਕੇ ਪਰਮੇਸ਼ਰ ਦੀ ਕਿਰਪਾ ਨਾਲ ਸਾਵਧਾਨ ਹੋ ਕੇ ਇਕਾਗਰ ਚਿੱਤ ਨਾਲ ਪਰਮੇਸ਼ਰ ਦੀ ਉਸਤਤ ਰੂਪ ਸੁਖਮਨੀ ਬਾਣੀ ਦੀ ਉਚਾਰਨਾ ਕਰੋ ਜੀ। ਇਸ ਸੁਖਮਨੀ ਸਾਹਿਬ ਦੀ ਬਾਣੀ 3 ਚੀਜ਼ਾਂ ਵਿੱਚ ਇਸ ਦੇ 3 ਗੁਣ ਹਨ ਜੀ, ਜੋ ਕਿ ਗੋਬਿੰਦ ਦੇ ਸਹਿਜ ਗੁਣ, ਅਤੇ ਉਸ ਗੋਬਿੰਦ ਪਰਮੇਸ਼ਰ ਦਾ ਨਾਮ ਗੋਬਿੰਦ ਹੈ ਜੀ, ਅਤੇ ਜਿਸ ਪਰਮੇਸ਼ਰ ਰੂਪ ਗੋਬਿੰਦ ਦਾ ਗਿਆਨ ਗੋਬਿੰਦ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਦੇ ਮਨ ਵਿੱਚ ਸੁਖਮਨੀ ਸਾਹਿਬ ਬਾਣੀ ਰੂਪ ਗੁਰਸ਼ਬਦ ਗੁਰਬਾਣੀ ਨਾਮ ਦਾ ਨਿਵਾਸ ਹੁੰਦਾ ਹੈ ਜੀ, ਉਹ ਨਿਧੀਆਂ ਭਾਵ ਗੁਣਾਂ ਦਾ ਖਜ਼ਾਨਾ
ਪਾ ਲੈਂਦਾ ਹੈ ਜੀ ਅਤੇ ਉਸ ਦੀਆਂ ਸਾਰੀਆਂ ਇੱਛਾ ਪੂਰਨ ਹੋ ਜਾਂਦੀਆਂ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਅੰਦਰ ਵਸਣ ਨਾਲ ਉਸ ਦੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਜੀ ਅਤੇ ਉਹ ਪ੍ਰਧਾਨ ਪੁਰਸ਼ ਬਣ ਕੇ ਸਾਰਿਆਂ ਲੋਕਾਂ ਵਿੱਚ, ਭਾਵ ਭਵਨਾਂ ਵਿੱਚ, ਜੁਗਾਂ ਵਿੱਚ ਪ੍ਰਗਟ, ਭਾਵ ਪ੍ਰਤਿਸ਼ਠ, ਉੱਚਾ ਅਤੇ ਉੱਚਾ ਸਥਾਨ ਪ੍ਰਾਪਤ ਕਰ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਦਾ ਇਸ ਜਗਤ ਵਿੱਚ ਆਉਣਾ ਜਾਣਾ, ਭਾਵ ਆਵਾਗਮਨ ਖਤਮ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਸੁਖਮਨੀ ਸਾਹਿਬ ਦੀ ਬਾਣੀ ਨਿਤ ਕਰਕੇ ਪੜ੍ਹਦੇ ਹਨ ਜੀ, ਉਹੀ ਗੁਰਮੁਖ ਸਾਧਕ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਉਸ ਬਾਣੀ ਰੂਪ ਆਨੰਦ, ਮੰਗਲ, ਸ਼ਾਂਤੀ, ਰਿੱਧੀਆਂ, ਨੌ ਨਿਧੀਆਂ, ਬੁੱਧੀ, ਗਿਆਨ, ਸਾਰੀਆਂ ਸਿੱਧੀਆਂ, ਵਿਦਿਆ, ਤਪ, ਯੋਗ, ਪਰਮੇਸ਼ਰ ਦਾ ਧਿਆਨ, ਸ੍ਰੇਸ਼ਟ ਗਿਆਨ, ਉੱਤਮ ਤੀਰਥਾਂ ਦਾ ਇਸ਼ਨਾਨ, ਚਾਰ ਪਦਾਰਥ, ਧਰਮ, ਅਰਥ, ਕਾਮ, ਮੋਕਸ਼ ਪ੍ਰਾਪਤ ਹੋ ਜਾਂਦੇ ਹਨ ਜੀ ਅਤੇ ਉਸ ਦਾ ਹਿਰਦੇ ਰੂਪ ਕਮਲ ਗੁਰਸ਼ਬਦ ਗੁਰਬਾਣੀ ਨਾਮ ਹਿਰਦੇ ਅੰਦਰ ਵਸਣ ਕਰਕੇ ਖਿੜ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਭ ਵਿੱਚ ਰਹਿੰਦਾ ਹੈ ਜੀ ਅਤੇ ਫਿਰ ਵੀ ਅਦਾਸ ਰਹਿੰਦਾ ਹੈ ਜੀ। ਭਾਵ ਉਹ ਸਭ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇੱਕ ਹੀ ਰਹਿੰਦਾ ਹੈ ਜੀ। ਭਾਵ ਉਹ ਬਿਰਲਾ ਹੀ ਗੁਰਮੁਖ ਹੈ ਜੀ ਅਤੇ ਉਹ ਗੁਰਮੁਖ ਸੁੰਦਰ, ਸਿਆਣਾ, ਤੱਤ ਦਾ ਗਿਆਤਾ, ਸਮਦਰਸੀ, ਇੱਕ ਪਰਮੇਸ਼ਰ ਨੂੰ ਸਭ ਵਿੱਚ ਵੇਖਣ ਵਾਲਾ ਬਣ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਫਲ ਪ੍ਰਾਪਤੀਆਂ ਉਸ ਗੁਰਮੁਖ ਸਾਧਕ ਨੂੰ ਹੁੰਦੀਆਂ ਹਨ ਜੀ ਜੋ ਗੁਰੂ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਬਚਨ ਮਨ ਵਿੱਚ ਮੰਨ ਕੇ ਕਰੇ, ਕੰਨਾਂ ਨਾਲ ਸੁਣੇ ਅਤੇ ਮੁਖ ਤੋਂ ਉਚਾਰੇ ਜੀ, ਸਿਮਰੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੁਖਮਨੀ ਸਾਹਿਬ ਦੀ ਬਾਣੀ ਨੌ ਨਿਧੀਆਂ, ਨਾਮ ਰੂਪ ਦਾ ਖਜ਼ਾਨਾ ਹੈ ਜੀ। ਜੋ ਕੋਈ ਮਨ ਲਗਾ ਕੇ ਜਪਦਾ ਹੈ ਜੀ ਉਸ ਦੀਆਂ ਸਾਰੀਆਂ ਜੁਗ ਉਸ ਸੰਸਾਰ ਵਿੱਚ ਉਸ ਦੀ ਮੁਕਤੀ ਹੋ ਜਾਂਦੀ ਹੈ ਜੀ। ਭਾਵ ਉਸ ਦਾ ਆਵਾਗਮਨ ਦਾ ਗੇੜਾ ਖਤਮ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੁਖਮਨੀ ਸਾਹਿਬ ਰੂਪ ਬਾਣੀ ਵਿੱਚ ਹੀ ਗੋਬਿੰਦ ਰੂਪ ਪਰਮੇਸ਼ਰ ਦੇ ਗੁਣ ਅਤੇ ਗੁਰਸ਼ਬਦ ਗੁਰਬਾਣੀ ਨਾਮ ਦੀ ਧੁਨੀ ਰਚੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਿਮਰਤੀਆਂ, ਸ਼ਾਸਤਰਾਂ ਅਤੇ ਵੇਦਾਂ ਨੂੰ ਜਿਸ ਗੁਰਮੁਖ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਬਿਆਨ ਕੀਤਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਉਹਨਾਂ ਸਾਰਿਆਂ ਮਤਾਂ ਦਾ ਸਾਰ ਤੱਤ ਕੇਵਲ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਹੈ ਜੀ ਅਤੇ ਉਹ ਨਾਮ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਜੀ ਜੋ ਇਸ ਬਾਣੀ ਦਾ ਨਿਵਾਸ ਭਾਵ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਜੀ। ਇਸ ਸਾਧ ਸੰਗਤ ਨਾਲ ਕਰੋੜਾਂ ਅਪਰਾਧ ਪਾਪ ਨਸ਼ਟ ਹੋ ਜਾਂਦੇ ਹਨ ਜੀ ਅਤੇ ਉਹਨਾਂ ਨਾਲ ਸਾਧ ਰੂਪ ਸੰਤ ਦੀ ਕਿਰਪਾ ਨਾਲ ਮਨੁੱਖ ਜਮਾਂ ਤੋਂ ਖਲਾਸ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਸਵਾਲ ਕਰਦੇ ਹਨ ਇਸ ਬਾਣੀ ਦਾ ਨਿਵਾਸ ਕਿੱਥੇ ਹੈ ਜੀ? ਉੱਤਰ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜੋ ਗੋਬਿੰਦ ਦੇ ਭਗਤ ਗੁਰਮੁਖ ਹਨ ਉਹਨਾਂ ਗੁਰਮੁਖ ਭਗਤਾਂ ਦੇ ਮਨ, ਜੋ ਭਗਤ ਗੁਰਮੁਖ ਹਨ
ਉਹਨਾਂ ਗੁਰਮੁਖ ਭਗਤਾਂ ਦੇ ਮਨ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਰੂਪ ਗੁਰਸ਼ਬਦ ਗੁਰਬਾਣੀ ਨਾਮ ਦਾ ਨਿਵਾਸ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰਦੇ ਹਨ ਜੀ, ਉਹ ਪੂਰਨ ਗੁਰਮੁਖ ਰੂਪ ਸਾਧ ਹਨ ਜੀ, ਅਤੇ ਉਹਨਾਂ ਦੀ ਸਾਧ ਸੰਗਤ ਕਰਨ ਨਾਲ ਕਰੋੜਾਂ ਅਪਰਾਧ ਪਾਪ ਨਸ਼ਟ ਹੋ ਜਾਂਦੇ ਹਨ ਜੀ, ਅਤੇ ਉਹਨਾਂ ਦੇ ਸਾਧ ਰੂਪ ਸੰਤਾਂ ਦੀ ਕਿਰਪਾ ਨਾਲ ਜਮਾਂ ਤੋਂ ਖਲਾਸੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦੇ ਮੱਥੇ ਉੱਤੇ ਪਰਮੇਸ਼ਰ ਨੇ ਸ਼ੁਭ ਕਰਮ ਲਿਖ ਕੇ ਪਾਏ ਹਨ ਜੀ, ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਸਾਧੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੀ ਸ਼ਰਨ ਵਿੱਚ ਆਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਮਨੁੱਖ ਦੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦੀ ਬਾਣੀ ਵਸਦੀ ਹੈ ਜੀ, ਅਤੇ ਇਸ ਮਣੀ ਰੂਪ ਬਾਣੀ ਨੂੰ ਉਹ ਪ੍ਰੇਮ ਨਾਲ ਸੁਣਦੇ ਹਨ ਜੀ, ਉਸ ਗੁਰਮੁਖ ਸਾਧਕ ਨੂੰ ਪਰਮੇਸ਼ਰ ਹਰ ਚੇਤੇ ਆਉਂਦਾ ਹੈ ਜੀ। ਇਹ ਸੁਖਮਨੀ ਸਾਹਿਬ ਦੀ ਬਾਣੀ ਰੂਪ ਗੁਰਸ਼ਬਦ ਗੁਰਬਾਣੀ ਨਾਮ ਉਸ ਦੇ ਜਨਮ ਮਰਨ ਦਾ ਦੁੱਖ ਨਿਵਰਤ ਭਾਵ ਕੱਟ ਦਿੰਦੀ ਹੈ ਜੀ, ਅਤੇ ਉਹ ਜੋ ਪ੍ਰਾਪਤ ਦੁਰਲਭ ਦੇਈ ਮਨੁੱਖਾ ਦੇਈ ਪ੍ਰਾਪਤ ਹੋਈ ਹੈ, ਉਸ ਦੇਈ ਨੂੰ ਸੁਖਮਨੀ ਸਾਹਿਬ ਦੀ ਬਾਣੀ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਧਾਰ ਕੇ ਸੱਚਖੰਡ ਵਿੱਚ ਪਹੁੰਚ ਜਾਂਦਾ ਹੈ ਜੀ। ਭਾਵ ਉਹ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਜੀ। ਕਿਸ ਤਰ੍ਹਾਂ ਜੁੜਦਾ ਹੈ ਜੀ? ਸੁਖਮਨੀ ਸਾਹਿਬ ਦੀ ਬਾਣੀ ਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਧਾਰ ਕੇ ਮਾਇਆਵੀ ਵਿਕਾਰ ਖਤਮ ਕਰਕੇ ਫਿਰ ਗੁਰੂ ਦੀ ਕਿਰਪਾ ਹੋਵੇ ਤਾਂ ਉਸ ਪਰਮੇਸ਼ਰ ਨਾਲ ਜੁੜ ਜਾਈਦਾ ਹੈ ਜੀ। ਉਸ ਨੂੰ ਆਪਣੇ ਅੰਦਰ ਹੀ ਵਸਿਆ ਪਾਈਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਸਾਡੇ ਅੰਦਰ ਹੀ ਹੈ ਜੀ, ਅਤੇ ਫਿਰ ਉਹਨਾਂ ਗੁਰਮੁਖਾਂ ਦਾ ਉਧਾਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਦਾ ਬੋਲ ਜੋ ਸੁਖਮਨੀ ਸਾਹਿਬ ਬਾਣੀ ਹੈ ਜੀ, ਇਹ ਜਿਸ ਦੇ ਮਨ ਵਿੱਚ ਸਮਾ ਜਾਂਦੀ ਹੈ ਜੀ, ਉਹ ਗੁਰਮੁਖ ਦੀ ਸ਼ੋਭਾ, ਉਸ ਗੁਰਮੁਖ ਦੀ ਸ਼ੋਭਾ ਨਿਰਮਲ ਹੁੰਦੀ ਹੈ ਜੀ, ਅਤੇ ਉਸ ਦੀ ਬਾਣੀ ਵੀ ਅੰਮ੍ਰਿਤ ਵਰਗੀ ਮਿੱਠੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਗੁਰਮੁਖ ਦੇ ਮਨ ਵਿੱਚ ਪਰਮੇਸ਼ਰ ਦਾ ਇੱਕ ਗੁਰਸ਼ਬਦ ਗੁਰਬਾਣੀ ਨਾਮ ਸਮਾ ਜਾਂਦਾ ਹੈ ਜੀ, ਅਤੇ ਉਸ ਦੀ ਹਉਮੈ ਵਿਕਾਰ, ਉਸ ਦੇ ਦੁੱਖ ਰੋਗ ਭੈ ਅਤੇ ਭਰਮ ਨਸ਼ਟ ਹੋ ਜਾਂਦੇ ਹਨ ਜੀ, ਅਤੇ ਗੁਰਮੁਖ ਰੂਪ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧ ਬਣ ਜਾਂਦਾ ਹੈ ਜੀ, ਅਤੇ ਉਹਨਾਂ ਗੁਰਮੁਖਾਂ ਦੇ ਕਰਮ ਨਿਰਮਲ ਹੋ ਜਾਂਦੇ ਹਨ ਜੀ, ਪਵਿੱਤਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖ ਸਾਧਕ ਦੀ ਸਰਬ ਸ੍ਰੇਸ਼ਟ ਸ਼ੋਭਾ ਬਣ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਗੁਣਾਂ ਕਾਰਨ ਹੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦੀ ਬਾਣੀ ਹੈ ਜੀ। ਭਾਵ ਇਹਨਾਂ ਗੁਣਾਂ ਕਰਕੇ ਹੀ ਗੁਰਸ਼ਬਦ ਗੁਰਬਾਣੀ ਨਾਮ, ਇਸ ਬਾਣੀ ਦਾ ਨਾਮ ਸੁਖਮਣੀ ਹੈ ਜੀ। ਇਸ 24ਵੀਂ ਅਖੀਰਲੀ ਅਸ਼ਟਪਦੀ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸੰਸਾਰ ਵਿੱਚ ਵੱਡੇ ਤੋਂ ਵੱਡੇ ਅਮੀਰ ਵਿਅਕਤੀ ਦੀ ਕੀਤੀ ਹੋਈ ਗੱਲ ਹਰ ਪੱਖੋਂ ਪੂਰਨ ਨਹੀਂ ਹੁੰਦੀ ਜੀ, ਅਤੇ ਨਾ ਹੀ ਉਸਦੇ ਕਹਿਣ ਨਾਲ ਹਰ ਇੱਕ ਕਾਰਜ ਪੂਰਾ ਹੁੰਦਾ ਹੈ ਜੀ, ਕਿਉਂਕਿ ਮਨੁੱਖ ਆਪ ਹੀ ਅਧੂਰਾ ਹੈ ਜੀ। ਪੂਰਾ ਕੇਵਲ ਅਤੇ ਕੇਵਲ ਪਾਰ ਬ੍ਰਹਮ ਪਰਮੇਸ਼ਰ ਹੈ ਜੀ, ਜਿਸ ਦਾ ਕੀਤਾ ਹੋਇਆ ਹਰ ਇੱਕ ਕੰਮ ਪੂਰਾ ਹੈ ਜੀ। ਇਸ ਅਸ਼ਟਪਦੀ ਦੇ ਵਿੱਚ ਗੁਰੂ ਜੀ ਦੱਸਦੇ ਹਨ, ਜਿਸ ਗੁਰਮੁਖ ਦੇ ਮਨ ਦੇ ਹਿਰਦੇ ਅੰਦਰ
ਗੁਰਸ਼ਬਦ ਗੁਰਬਾਣੀ ਨਾਮ ਦਾ ਸੋਮਾ ਰੂਪ ਪਰਮੇਸ਼ਰ ਵਸ ਜਾਂਦਾ ਹੈ ਜੀ। ਸੁੱਖਾਂ ਦੀ ਬਾਣੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੁਖਮਨੀ ਸਾਹਿਬ ਦੀ ਬਾਣੀ ਵਸ ਜਾਂਦੀ ਹੈ ਜੀ। ਉਹ ਆਪਣੇ ਮਾਇਆਵੀ ਵਿਕਾਰਾਂ ਨੂੰ ਤਿਆਗ ਕੇ ਪਰਮੇਸ਼ਰ ਦੀ ਕਿਰਪਾ ਨਾਲ ਪੂਰਨ ਟਿਕਾ ਵਿੱਚ ਆ ਜਾਂਦਾ ਹੈ ਜੀ, ਅਤੇ ਉਸਦੇ ਅੰਤਰ ਆਤਮੇ ਅਨੰਤ ਸ਼ਬਦ ਦੇ ਵਾਜੇ ਵੱਜ ਪੈਂਦੇ ਹਨ ਜੀ। ਭਾਵ ਉਹ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਵੇਖ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਅਖੀਰਲੀ 24ਵੀਂ ਅਸ਼ਟੀ ਵਿੱਚ ਗੁਰੂ ਜੀ ਨੇ ਪਰਮੇਸ਼ਰ ਪ੍ਰਾਪਤੀ ਦੇ ਸੁੰਦਰ ਸੰਦੇਸ਼ ਰਾਹੀਂ ਇਹ ਉਪਦੇਸ਼ ਸੁਣਾਇਆ ਹੈ ਜੀ ਕਿ ਉਸ ਪਰਮੇਸ਼ਰ ਨੂੰ ਹਰ ਸਮੇਂ ਆਪਣੇ ਅੰਗ ਸੰਗ ਸਮਝਣਾ ਹੈ ਜੀ। ਵਿਸ਼ਵਾਸ ਕਰਨਾ ਹੈ ਕਿ ਉਹ ਅੰਗ ਸੰਗ ਹੈ, ਸਾਡੇ ਅੰਦਰ ਹੈ, ਅਤੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਗੁਰਸ਼ਬਦ ਗੁਰਬਾਣੀ ਨਾਮ ਸੁਖਮਨੀ ਸਾਹਿਬ ਦੀ ਬਾਣੀ ਸਿਮਰਨਾ ਹੈ ਜੀ, ਜਿਸ ਨਾਲ ਮਾਨਸਿਕ ਚਿੰਤਾ ਦੂਰ ਹੋ ਜਾਵੇਗੀ ਜੀ, ਅਤੇ ਨਾਸ਼ਵੰਤ ਆਸਾਂ ਨੂੰ ਤਿਆਗ ਕੇ ਨਾਸ਼ਵੰਤ ਆਸਾਂ ਭਾਵ ਮਾਇਆਵੀ ਵਿਕਾਰਾਂ ਨੂੰ ਤਿਆਗ ਕੇ ਕਰਤਾ ਪੁਰਖ ਨੂੰ ਸਰਾਉਣ ਵਾਲੀ ਇੱਕੋ ਆਸ ਕਮਾਉਣੀ ਚਾਹੀਦੀ ਹੈ ਜੀ। ਬਾਰ ਬਾਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਜਗਿਆਸੂ ਗੁਰਸ਼ਬਦ ਗੁਰਬਾਣੀ ਨਾਮ ਦੇ ਉਪਦੇਸ਼ ਨੂੰ ਸੁਣਦੇ ਹਨ ਜੀ, ਅਤੇ ਆਪਣੇ ਜੀਵਨ ਵਿੱਚ ਵਰਤੋਂ ਵਿੱਚ ਲਿਆਉਂਦੇ ਹਨ ਜੀ, ਉਹ ਸਦਾ ਲਈ ਉਸ ਸੱਚੇ ਪਰਮੇਸ਼ਰ ਵਿੱਚ ਰਤੇ ਹੋਏ ਮੋਲਕ ਰਤਨ ਵਾਂਗਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸਿਫਤ ਸਲਾਹ ਗੁਰਸਿੱਖ ਨੇ ਹਰ ਵੇਲੇ ਕਰਨੀ ਹੈ ਜੀ, ਅਤੇ ਗੁਰਮੁਖ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰਨ ਲਈ ਸਾਵਧਾਨ ਇਕਾਗਰਚੀਤ, ਜਿਸ ਤਰ੍ਹਾਂ ਇਸ ਅਸ਼ਟੀ ਦੀ ਪੰਕਤੀ ਹੈ, ਸਾਵਧਾਨ ਇਕਾਗਰਚੀਤ ਵਾਲੀ ਸੁਰਤ ਨੂੰ ਵੀ ਚੇਤੇ ਰੱਖਣਾ ਹੈ ਜੀ। ਇਹ ਗੁਰਸ਼ਬਦ ਗੁਰਬਾਣੀ ਨਾਮ ਦਾ ਖਜ਼ਾਨਾ ਜਿਸ ਕੋਲ ਹੋਵੇ ਉਸ ਨੂੰ ਕੋਈ ਮਾਇਆਵੀ ਭੁੱਖ ਮਾਇਆਵੀ ਵਿਕਾਰ ਨਹੀਂ ਤੰਗ ਕਰਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਸੇ ਪ੍ਰਕਾਰ ਦਾ ਦੁੱਖ ਉਹਨਾਂ ਦੇ ਨੇੜੇ ਨਹੀਂ ਆਉਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਸਿੱਖ ਸਰਦਾ ਅਤੇ ਗਿਆਨ ਸਹਿਤ ਇਸ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਸੁਣਦੇ ਤੇ ਅਮਲ ਕਰਦੇ ਹਨ ਜੀ, ਉਹਨਾਂ ਨੂੰ ਬੇਅੰਤ ਫਲ ਪ੍ਰਾਪਤ ਹੁੰਦੇ ਹਨ ਜੀ। ਭਾਵ ਉਹ ਪਰਮੇਸ਼ਰ ਦੀ 9 ਨਿਧੀਆਂ ਦਾ ਖਜ਼ਾਨਾ ਆਪਣੇ ਅੰਦਰ ਪਾ ਲੈਂਦੇ ਹਨ ਜੀ। ਜਿਸ ਤਰ੍ਹਾਂ ਫਿਰ ਗੁਰੂ ਜੀ ਕਹਿੰਦੇ ਹਨ ਸੁਖਮਨੀ ਸਾਹਿਬ ਜੀ ਬਾਣੀ ਦਾ ਸੁੱਖ ਅਤੇ ਵਿਸਮਾਦੀ ਰਸ ਮਾਣਿਆ ਜਾ ਸਕਦਾ ਹੈ ਜੀ, ਪਰ ਵਰਣਨ ਨਹੀਂ ਕੀਤਾ ਜਾ ਸਕਦਾ ਜੀ। ਫਿਰ ਗੁਰੂ ਜੀ ਇਸ ਅਖੀਰਲੀ ਪੰਕਤੀ 'ਚ ਕਹਿੰਦੇ ਹਨ ਜੀ, ਇਸ ਸ਼ਸਤਰੀ ਦੀ ਅਖੀਰਲੀ ਪੰਕਤੀ, ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।